ਵਾਹਿਗੁਰੂ। ਸਤਿਨਾਮ। ਵਾਹਿਗੁਰੂ ਸਾਹਿਬ ਜੀਓ। 52 ਅਸ਼ਰ ਲੋਕ ਤ੍ਰੈ, ਸਭ ਕਛ ਇਨਹੀ ਮਾਹਿ। ਇਹ ਅੱਖਰ ਖਿਰ ਜਾਹੇਂਗੇ, ਹੋਏ ਅੱਖਰ ਇਨ ਮਹਿ ਨਾਹਿ। ਜਹਾਂ ਬੋਲ ਤਹੀਂ ਅਸ਼ਰ ਆਵਾ, ਜਹ ਅਬੋਲ ਤਹ ਮਨ ਨ ਰਹਾਵਾ। ਬੋਲ ਅਬੋਲ ਮਦ ਹੈ ਸੋਈ, ਜਸ ਓ ਹੈ ਤਸ ਲਖੈ ਨ ਕੋਈ। ਬੋਲ ਅਬੋਲ ਮਦ ਹੈ ਸੋਈ, ਜਸ ਓ ਹੈ ਤਸ ਲਖੈ ਨ ਕੋਈ। ਈਵੜੀ ਆਦਿ ਪੁਰਖ ਹੈ ਦਾਤਾ, ਆਪੇ ਸੱਚਾ ਸੋਈ। ਇਨ੍ਹਾਂ ਅੱਖਰਾਂ ਮਹਿ ਜੋ ਕਿਛ ਬੂਝੈ, ਤਿਸ ਸਿਰ ਲੇਖ ਨ ਹੋਈ। ਇਨ੍ਹਾਂ ਅੱਖਰਾਂ ਮਹਿ ਜੋ ਗੁਰਮੁਖ ਬੂਝੈ, ਤਿਸ ਸਿਰ ਲੇਖ ਨ ਹੋਈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਪਰਮ ਕਿਰਪਾਲੂ ਪਾਤਸ਼ਾਹ, ਸੁਖਾਂ ਦੇ ਸਾਗਰ ਦਇਆ ਦੇ ਖਜ਼ਾਨੇ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜ ਕੇ ਧੁਰ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਗੁਰੂ ਸਵਾਰਿਓ, ਜਿੱਥੇ ਬੜੇ ਪਿਆਰ ਦੇ ਨਾਲ ਕੀਰਤਨ ਵਿੱਚ ਹਾਜ਼ਰੀ ਭਰੀ ਹੈ, ਉੱਥੇ ਕੁਝ ਕੁ ਸਮਾਂ ਆਪਣੇ ਮਨ ਨੂੰ ਟਿਕਾਉਂਦਿਆਂ ਹੋਇਆਂ, ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਦਿਆਂ ਹੋਇਆਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਜੋ ਵਿਚਾਰ ਚੱਲ ਰਹੀ ਹੈ, ਉਸ ਵਿਚਾਰ ਵਿੱਚ ਵੀ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਰਨੀ ਹੈ। ਸਤਿਗੁਰਾਂ ਦਾ ਪਾਵਨ ਵਚਨ, ਈਵੜੀ ਆਦਿ ਪੁਰਖ ਹੈ ਦਾਤਾ, ਆਪੇ ਸੱਚਾ ਸੋਈ। ਇਨ੍ਹਾਂ ਅੱਖਰਾਂ ਮੈਂ ਜੋ ਗੁਰਮੁਖ ਬੂਝੈ, ਤਿਸ ਸਿਰ ਲੇਖ ਨ ਹੋਈ। ਆਸਾ ਰਾਗ ਦੀ ਪਾਵਨ ਬਾਣੀ ਹੈ ਪੱਟੀ। ਇਸ ਬਾਣੀ ਦਾ ਇਹ ਪਾਵਨ ਵਚਨ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਿ ਉਹ ਪਰਮਾਤਮਾ ਜਿਹੜਾ ਗੁਰਮੁਖੀ ਦਾ ਲੈਟਰ ਹੈ ਨਾ, ਈੜੀ, ਇਸ ਈੜੀ ਅੱਖਰ ਦੇ ਰਾਹੀਂ ਉਪਦੇਸ਼ ਦੇ ਰਹੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਪੰਡਿਤ ਜੀ ਨੂੰ, ਗੋਪਾਲ ਪਾਂਧੇ ਨੂੰ। ਕਹਿੰਦੇ ਜਿਹੜਾ ਪਰਮਾਤਮਾ ਮਾਲਕ ਹੈ ਨਾ, ਆਦਿ ਪੁਰਖ ਹੈ ਦਾਤਾ, ਉਹ ਸਾਡਾ ਸਾਰਿਆਂ ਦਾ ਆਦ ਹੈ। ਉਸ ਪਰਮਾਤਮਾ ਤੋਂ ਹੀ ਅਸੀਂ ਕ੍ਰੀਏਟ ਹੋਏ ਹਾਂ, ਉਸੇ ਨੇ ਸਾਨੂੰ ਕ੍ਰੀਏਟ ਕੀਤਾ ਹੈ। ਉਹ ਸਾਡਾ ਕ੍ਰੀਏਟਰ ਹੈ। ਆਦਿ ਪੁਰਖ ਹੈ ਦਾਤਾ, ਦਾਤਾ ਮੀਨਸ ਦਾਤਾਂ ਦੇਣ ਵਾਲਾ ਹੈ। ਆਪੇ ਸੱਚਾ ਸੋਈ। ਸੱਚਾ ਸੋਈ ਦਾ ਭਾਵ ਇੱਥੇ ਹੈ ਕਿ ਉਹ ਪਰਮਾਤਮਾ ਹੀ ਐਵਰਲਾਸਟਿੰਗ ਹੈ, ਸਦਾ ਰਹਿਣ ਵਾਲਾ ਹੈ। ਇਨ੍ਹਾਂ ਅੱਖਰਾਂ ਮੈਂ ਜੋ ਗੁਰਮੁਖ ਬੂਝੈ, ਅੱਖਰ
ਆਪ ਸਮਝਦੇ ਹੋ ਲੈਟਰਸ, ਇਹਨਾਂ ਅੱਖਰਾਂ ਦੇ ਰਾਹੀਂ, ਇਸ ਵਿੱਦਿਆ ਦੇ ਰਾਹੀਂ, ਇਸ ਗਿਆਨ ਦੇ ਰਾਹੀਂ ਜਿਹੜਾ ਉਸ ਪਰਮਾਤਮਾ ਨੂੰ ਬੁੱਝ ਲੈਂਦਾ ਹੈ, ਉਹਦੇ ਨਾਲ ਜਿਹਦੀ ਜਾਣ ਪਛਾਣ ਬਣ ਜਾਂਦੀ ਹੈ, ਜਿਹਦਾ ਕਨੈਕਸ਼ਨ ਉਹਦੇ ਨਾਲ ਜੁੜ ਜਾਂਦਾ ਹੈ, ਤਿਸ ਸਿਰ ਲੇਖ ਨਾ ਹੋਈ, ਉਹਦੇ ਉੱਤੋਂ ਫਿਰ ਸਿਰ ਦੇ ਉੱਤੋਂ ਲੇਖਾ ਮੁੱਕ ਜਾਂਦਾ ਹੈ ਜੀ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ, ਉਹਦਾ ਲੇਖਾ ਖਤਮ ਹੈ। ਲੇਖਾ ਖਤਮ ਦਾ ਭਾਵ ਮਾਲਕ ਦੇ ਨਾਲ ਉਹ ਮਰਜ ਹੋ ਗਿਆ ਹੈ, ਮਿਲ ਗਿਆ ਹੈ, ਇੱਕਮਿਕ ਹੋ ਗਿਆ ਹੈ, ਵਾਰ-ਵਾਰ ਜੰਮਣਾ ਮਰਨਾ ਖਤਮ ਹੈ। ਸੋ ਸਾਧ ਸੰਗਤ, ਸਤਿਗੁਰੂ ਜੀ ਇਸ ਪਾਵਨ ਵਚਨਾਂ ਦੇ ਰਾਹੀਂ ਸਾਨੂੰ ਕੀ ਉਪਦੇਸ਼ ਦੇ ਰਹੇ ਨੇ, ਕੀ ਸਮਝਾ ਰਹੇ ਨੇ, ਇਹੀ ਆਪਾਂ ਸਮਝਣ ਦੀ, ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਸਤਿਗੁਰਾਂ ਦੇ ਚਰਨਾਂ 'ਚ ਸੀਸ ਨੂੰ ਝੁਕਾਉਂਦਿਆਂ ਹੋਇਆਂ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਕੀ ਤੁਹਾਨੂੰ ਪਤਾ ਹੈ ਕਿ ਉਸ ਮਾਲਕ ਨੇ ਸਾਡੀ ਝੋਲੀ ਦੇ ਵਿੱਚ ਬੜੇ ਪਿਆਰੇ ਗਿਫਟ ਪਾਏ ਹੋਏ ਨੇ। ਅੰਗਰੇਜ਼ੀ 'ਚ ਗਿਫਟ ਕਹਿੰਦੇ ਨੇ, ਪੰਜਾਬੀ 'ਚ ਤੋਹਫਾ। ਸਾਡੀ ਝੋਲੀ ਦੇ ਵਿੱਚ ਮਾਲਕ ਨੇ ਸਾਨੂੰ ਬੜੇ ਪਿਆਰੇ ਗਿਫਟ ਦੇ ਕੇ ਭੇਜਿਆ ਹੈ, ਪਾਏ ਹੋਏ ਨੇ ਜੀ। ਪਰ ਪ੍ਰੋਬਲਮ ਇਹ ਹੈ ਕਿ ਅਸੀਂ ਉਹਨਾਂ ਗਿਫਟਸ ਨੂੰ ਪਹਿਚਾਨਣ ਦੀ ਕੋਸ਼ਿਸ਼ ਨਹੀਂ ਕਰਦੇ। ਬੜੀਆਂ ਦਾਤਾਂ ਦਿੱਤੀਆਂ ਮਾਲਕ ਨੇ, ਕਿਤੇ ਜਿੱਥੇ ਆਪਾਂ ਆਪਣੀਆਂ ਪ੍ਰੋਬਲਮਸ ਨੂੰ ਦੇਖਦੇ ਹਾਂ, ਆਪਣੇ ਦੁੱਖਾਂ ਨੂੰ ਦੇਖਦੇ ਹਾਂ, ਉਹਨਾਂ ਪ੍ਰੋਬਲਮਸ ਤੋਂ, ਉਹਨਾਂ ਦੁੱਖਾਂ ਤੋਂ ਉੱਪਰ ਉੱਠ ਕੇ ਥੋੜ੍ਹਾ ਜਿਹਾ ਦੁਨੀਆ ਦੇ ਵੱਲ ਝਾਤ ਮਾਰ ਕੇ ਦੇਖੀਏ, ਪੂਰੇ ਸੰਸਾਰ ਵੱਲ। ਕਹਿਣ ਦਾ ਭਾਵ ਇਕੱਲੇ ਇਨਸਾਨਾਂ ਵੱਲ ਹੀ ਨਹੀਂ। ਇਹ ਨਹੀਂ ਦੇਖਣਾ ਕਿ ਮੇਰਾ ਗੁਆਂਢੀ ਬੜਾ ਸੁਖੀ ਹੈ, ਮੇਰੇ ਕੋਲ ਬੜੇ ਦੁੱਖ ਨੇ। ਇਹ ਨਹੀਂ ਦੇਖਣਾ ਕਿ ਮੇਰਾ ਜਿਹੜਾ ਨੇਬਰ ਹੈ ਉਹ ਜੀਵਨ 'ਚ ਕੋਈ ਪ੍ਰੋਬਲਮ ਨਹੀਂ, ਉਹਦੇ ਬੜੀ ਮਾਇਆ ਹੈ, ਉਹਦੇ ਕੋਲੇ ਬੜਾ ਵਧੀਆ ਘਰ ਹੈ, ਬੜੀ ਮਹਿੰਗੀ ਕਾਰ ਲਈ ਫਿਰਦਾ, ਮੇਰੇ ਕੋਲ ਕੁਝ ਨਹੀਂ। ਇਹ ਨਹੀਂ ਦੇਖਣਾ। ਦੇਖਣਾ ਕੀ ਹੈ ਕਿ ਮਾਲਕ ਨੇ ਜਿੰਨੇ ਵੀ ਜੀਵ ਜੰਤੂ ਪੈਦਾ ਕੀਤੇ ਨੇ, ਉਹਨਾਂ ਦੇ ਉੱਤੇ ਉਸਨੇ ਰਹਿਮਤਾਂ ਕਿਸ ਤਰ੍ਹਾਂ ਦੀਆਂ ਕੀਤੀਆਂ ਨੇ। ਜਿਹੜੀਆਂ ਦਾਤਾਂ ਮੈਨੂੰ ਦਿੱਤੀਆਂ ਨੇ ਮਾਲਕ ਨੇ, ਕੀ ਐਸੀਆਂ ਹੀ ਦਾਤਾਂ ਉਹਨਾਂ ਜੀਵ ਜੰਤੂਆਂ ਨੂੰ ਵੀ ਦਿੱਤੀਆਂ ਨੇ? ਇੱਕ ਤਾਂ ਇਨਸਾਨ ਹੈ ਨਾ ਜੀ, ਉਸ ਤੋਂ ਇਲਾਵਾ ਜੀਵ ਜੰਤੂਆਂ ਤੋਂ ਭਾਵ ਹੈ ਜਿੰਨੇ ਵੀ ਪਸ਼ੂ, ਪੰਛੀ, ਜਾਨਵਰ, ਇਹ ਸਾਰੇ। ਇਹਨਾਂ ਵੱਲ ਦੇਖਣਾ ਹੈ ਕਿ ਜਿਹੜੀਆਂ ਦਾਤਾਂ ਮਾਲਕ ਨੇ ਮੇਰੀ ਝੋਲੀ ਦੇ ਵਿੱਚ ਪਾਈਆਂ, ਜਿਹੜੇ ਗਿਫਟ ਮੇਰੀ ਝੋਲੀ ਦੇ ਵਿੱਚ ਪਾਏ ਨੇ, ਕਿ ਉਹੀ ਗਿਫਟ ਇਹਨਾਂ ਦੂਜੀਆਂ ਜੂਨਾਂ ਨੂੰ ਵੀ ਮਿਲੇ ਹੋਏ ਨੇ। ਤੇ ਜੇ ਕਿਤੇ ਥੋੜ੍ਹਾ ਜਿਹਾ ਕੰਪੈਰੀਜ਼ਨ ਕਰਕੇ ਦੇਖਾਂਗੇ ਨਾ, ਸ਼ਾਇਦ ਕਿਤੇ ਇਹ ਗੱਲ ਸਮਝ 'ਚ ਪੈ ਜਾਏ ਕਿ ਨਹੀਂ, ਮਾਲਕ ਨੇ ਮੇਰੀ ਝੋਲੀ ਦੇ ਵਿੱਚ ਇਹਨਾਂ ਨਾਲੋਂ ਜ਼ਿਆਦਾ ਗਿਫਟਸ ਰੱਖੇ ਹੋਏ ਨੇ। ਬਸ ਅਸੀਂ ਧਿਆਨ ਹੀ ਨਹੀਂ ਦਿੰਦੇ, ਗੱਲ ਇੰਨੀ ਕੁ ਹੈ। ਜੇ ਕਿਤੇ ਧਿਆਨ ਦੇ ਲਿਆ ਜਾਵੇ, ਜੇ ਕਿਤੇ ਧਿਆਨ ਦੇ ਲਿਆ ਜਾਏ ਤੇ ਮੇਰੇ ਖਿਆਲ 'ਚ ਹੈ ਕਿ ਸਾਡੀ ਜ਼ੁਬਾਨ ਤੋਂ ਕੰਪਲੇਨ ਲਫ਼ਜ਼ ਜਿਹੜਾ ਹੈ ਨਾ, ਉਹ ਖਤਮ ਹੋ ਜਾਏਗਾ, ਅਲੋਪ ਹੋ ਜਾਏਗਾ। ਫਿਰ ਕੰਪਲੇਨ ਨਹੀਂ ਹੋਏਗੀ। ਜੇਕਰ ਮੈਂ ਆਪਣੀ ਝੋਲੀ ਵੱਲ ਝਾਤੀ ਮਾਰ ਕੇ ਆਪਣੀਆਂ ਜਿਹੜੀਆਂ ਦਾਤਾਂ ਰੱਬ ਨੇ ਮੈਨੂੰ ਦਿੱਤੀਆਂ ਨੇ, ਉਹਨਾਂ ਵੱਲ ਦੇਖ ਕੇ ਮੈਂ ਦੂਜੀਆਂ ਜੂਨਾਂ ਵੱਲ ਦੇਖ ਲਵਾਂ ਨਾ, ਤੇ ਮੇਰੇ ਖਿਆਲ 'ਚ ਹੈ ਕਿ ਫਿਰ ਕੋਈ ਕੰਪਲੇਨ ਨਹੀਂ ਕਰੇਗਾ ਮਾਲਕ ਦੇ ਅੱਗੇ ਆਣ ਕੇ। ਹੁਣ ਕਿਹੜੇ ਗਿਫਟ ਨੇ? ਹੁਣ ਸਰੀਰ ਤਾਂ ਉਹਨਾਂ ਨੂੰ ਵੀ ਦਿੱਤਾ ਹੈ, ਸਰੀਰ ਮੈਨੂੰ ਵੀ ਦਿੱਤਾ ਹੈ ਮਾਲਕ ਨੇ। ਅੱਖਾਂ, ਕੰਨ, ਨੱਕ, ਹੱਥ, ਪੈਰ, ਮੂੰਹ, ਇਹ ਸਭ ਕੁਝ ਉਹਨਾਂ ਜੂਨਾਂ ਨੂੰ ਵੀ ਦਿੱਤਾ ਹੈ। ਉਹੀ ਕੁਝ ਮੈਨੂੰ ਵੀ ਮਿਲਿਆ ਹੋਇਆ। ਫਿਰ ਵੱਖਰਾ ਕੀ ਹੈ? ਡਿਫਰੈਂਟ ਕੀ ਹੈ? ਥੋੜ੍ਹਾ ਹੋਰ ਡੀਪ ਦੇ ਵਿੱਚ ਜਾਈਏ। ਬਾਣੀ ਦੇ ਵਿੱਚ ਨਾ ਗੁਰੂ ਸਾਹਿਬ ਨੇ ਬੜਾ ਪਿਆਰਾ ਬਚਨ ਕਿਹਾ ਹੈ। ਕਹਿੰਦੇ, ਇਨਸਾਨ ਦੀ ਗੱਲ ਕਰਦੇ ਹਾਂ, ਕਹਿੰਦੇ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮਹਿ ਤੇਰੀ ਸਿਕਦਾਰੀ। ਮਨੁੱਖ ਨੂੰ ਕਹਿੰਦੇ ਨੇ, ਕਹਿੰਦੇ ਹੈ ਮਨੁੱਖ, ਹੈ ਇਨਸਾਨ, ਬਾਕੀ ਜਿੰਨੀਆਂ ਵੀ ਜੂਨਾਂ ਨੇ, ਜੂਨਾਂ ਲਫ਼ਜ਼ ਤੁਸੀਂ ਸਮਝਦੇ ਹੋਵੋਗੇ, ਜੀਵ ਜੰਤੂ, ਪਸ਼ੂ ਪੰਛੀ, ਬਨਸਪਤੀ, ਸਭ ਕੁਛ, ਬਾਕੀ ਜਿੰਨੀਆਂ ਵੀ ਜੂਨਾਂ ਨੇ ਉਹ ਤੇਰੇ ਅੰਡਰ ਨੇ। ਤੂੰ ਇਹਨਾਂ ਦਾ ਸਰਦਾਰ ਹੈ, ਤੂੰ ਇਹਨਾਂ ਦਾ ਸਰਦਾਰ ਹੈ। ਇਹਦਾ ਮਤਲਬ ਹੈ, ਜੇ ਗੁਰੂ ਸਾਹਿਬ ਸਾਨੂੰ ਕਹਿ ਰਹੇ ਨੇ, ਇਨਸਾਨਾਂ ਨੂੰ ਕਹਿ ਰਹੇ ਨੇ ਕਿ ਤੂੰ ਸਰਦਾਰ ਹੈ, ਬਾਕੀ ਸਭ ਕੁਝ ਤੇਰੇ ਅੰਡਰ ਹੈ, ਫਿਰ ਤਾਂ ਇਹ ਮੰਨਣਾ ਪਏਗਾ ਨਾ ਕਿ ਪ੍ਰਮਾਤਮਾ ਨੇ ਸਾਡੇ ਵਿੱਚ ਉਹਨਾਂ ਨਾਲੋਂ ਕੁਝ ਫਰਕ ਜ਼ਰੂਰ ਰੱਖਿਆ ਹੈ। ਫਰਕ ਕੀ ਹੈ? ਸਾਧ ਸੰਗਤ, ਮੈਂ ਹੁਣੇ ਬੇਨਤੀ ਕੀਤੀ, ਸਰੀਰ ਉਹਨਾਂ ਕੋਲ ਹੈ, ਸਾਡੇ ਕੋਲ ਵੀ ਹੈ। ਜਿਹੜਾ ਅੰਸ਼ ਸਾਡੇ ਅੰਦਰ ਰੱਬ ਦਾ, ਉਹ ਵੀ ਉਹਨਾਂ ਦੇ ਅੰਦਰ ਵੀ ਉਹੀ ਹੈ। ਫਿਰ ਫਰਕ ਕੀ ਹੈ? ਜ਼ੁਬਾਨ ਰੱਬ ਨੇ ਉਹਨਾਂ ਨੂੰ ਵੀ ਦਿੱਤੀ ਹੋਈ ਹੈ, ਜ਼ੁਬਾਨ ਸਾਨੂੰ ਵੀ ਦਿੱਤੀ ਹੋਈ ਹੈ।
ਫਰਕ ਇੱਥੇ ਖੜਾ ਹੋ ਗਿਆ। ਸਿਰਫ ਉਹਨਾਂ ਦੇ ਕੋਲ ਜ਼ੁਬਾਨ ਹੈ, ਪਰ ਉਹਨਾਂ ਦੇ ਕੋਲ ਅੱਖਰ ਨਹੀਂ। ਜ਼ੁਬਾਨ ਉਹਨਾਂ ਦੇ ਕੋਲ ਹੈ, ਬੋਲਦੇ ਨੇ ਆਪਣੀ ਭਾਸ਼ਾ, ਜਿਹੜੀ ਉਹਨਾਂ ਦੀ ਲੈਂਗੁਏਜ ਹੈ ਉਹ ਬੋਲਦੇ ਪਏ ਨੇ। ਵੱਖ-ਵੱਖ ਜਾਨਵਰ ਜਿਹੜੇ ਨੇ ਉਹਨਾਂ ਨੂੰ ਅਲੱਗ-ਅਲੱਗ ਪ੍ਰਮਾਤਮਾ ਨੇ ਆਵਾਜ਼ ਦਿੱਤੀ ਹੋਈ ਹੈ। ਕਾਂ ਆਪਣੀ ਆਵਾਜ਼ ਦੇ ਵਿੱਚ ਬੋਲਦਾ ਹੈ, ਤੋਤਾ ਪੈਰਟ ਆਪਣੀ ਆਵਾਜ਼ ਦੇ ਵਿੱਚ ਬੋਲਦਾ ਪਿਆ ਹੈ, ਸ਼ੇਰ ਆਪਣੀ ਆਵਾਜ਼ ਦੇ ਵਿੱਚ ਬੋਲਦਾ ਪਿਆ ਹੈ। ਪਰ ਸਾਧ ਸੰਗਤ ਖਿਆਲ ਕਰੋ, ਉਹਨਾਂ ਦੇ ਕੋਲ ਆਵਾਜ਼ ਹੈ ਪਰ ਅੱਖਰ ਨਹੀਂ ਹੈ, ਬੋਲੀ ਨਹੀਂ ਹੈ, ਜਿਹੜੀ ਸਾਡੇ ਕੋਲ ਮਾਲਕ ਨੇ ਰਹਿਮਤ ਕਰਕੇ ਸਾਨੂੰ ਦੇ ਦਿੱਤੀ ਹੈ। ਇਹ ਬੜਾ ਵੱਡਾ ਗਿਫਟ ਜੇ ਉਸ ਮਾਲਕ ਦਾ। ਕਿਤੇ ਕਬੀਰ ਸਾਹਿਬ ਦਾ ਬਚਨ ਪੜ੍ਹਿਓ। ਕਬੀਰ ਸਾਹਿਬ ਨੇ ਬੜੀ ਪਿਆਰੀ ਗੱਲ ਕਹੀ ਹੈ। 2 ਬਚਨ ਮੈਂ ਆਪ ਦੇ ਨਾਲ ਸਾਂਝੇ ਕਰਾਂਗਾ ਕਬੀਰ ਸਾਹਿਬ ਜੀ ਦੇ। ਪਤਾ ਕੀ ਕਹਿੰਦੇ ਨੇ? ਪਹਿਲਾ ਬੋਲ ਤਾਂ ਇਹ ਹੈ ਉਹਨਾਂ ਦੀ ਬਾਣੀ ਹੈ ਜੀ 52 ਅੱਖਰੀ। ਉਹਦੇ ਵਿੱਚ ਉਹ ਕਹਿੰਦੇ ਨੇ, ਕਹਿੰਦੇ 52 ਅਸ਼ਰ ਲੋਕ ਤ੍ਰੈ ਸਭ ਕਛ ਇਨਹੀ ਮਾਹੇ। ਦੁਨੀਆ ਦੇ ਵਿੱਚ ਅਨੇਕਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਸੋ ਮੈਨੀ ਲੈਂਗੁਏਜਸ ਬੋਲੀਆਂ ਜਾਂਦੀਆਂ ਨੇ ਜੀ ਪੂਰੇ ਸੰਸਾਰ ਦੇ ਵਿੱਚ। ਹਰ ਇੱਕ ਲੈਂਗੁਏਜ ਦੇ ਆਪਣੇ ਅਲਫਾਬੈਟਸ ਨੇ। ਇੰਗਲਿਸ਼ ਦੇ ਜਿਵੇਂ ABC ਆਪਾਂ ਪੜ੍ਹਦੇ ਹਾਂ ਜੀ, 26 ਲੈਟਰਸ ਨੇ, ਅਲਫਾਬੈਟ ਨੇ। ਦੇਵਨਾਗਰੀ ਲਿਪੀ ਸਕ੍ਰਿਪਟ ਹੋਈ ਹੈ, ਉਹਦੇ 52 ਲੈਟਰਸ। ਆਪਣੀ ਗੁਰਮੁਖੀ ਹੈ, ਇਹਦੇ ਮੇਨ 35 ਲੈਟਰਸ ਮੰਨੇ ਗਏ ਨੇ, 5 ਹੋਰ ਬਾਅਦ ਵਿੱਚ ਐਡ ਕਰਕੇ ਟੋਟਲ 40, ਬਿੰਦੀ ਵਾਲੇ 5 ਬਾਅਦ ਵਿੱਚ ਐਡ ਕੀਤੇ ਗਏ ਨੇ, ਜਿਹੜੇ ਟੋਟਲ 40 ਹੋ ਗਏ। ਹੋਰ ਭਾਸ਼ਾਵਾਂ ਜਿਹੜੀਆਂ ਨੇ, ਅਰੇਬਿਕ ਹੈ, ਹਿਬਰੂ ਹੈ, ਪਾਲੀ ਹੈ, ਉਹਨਾਂ ਦੇ ਆਪਣੇ ਆਪਣੇ ਲੈਟਰਸ ਨੇ, ਅਲਫਾਬੈਟਸ ਨੇ, ਅਨੇਕਾਂ ਬੋਲੀਆਂ ਨੇ ਸੰਸਾਰ ਦੇ ਵਿੱਚ ਬੋਲੀਆਂ ਜਾਂਦੀਆਂ। ਤੇ ਕਬੀਰ ਸਾਹਿਬ ਕਹਿੰਦੇ ਸਾਰੇ ਸੰਸਾਰ ਦੇ ਵਿੱਚ 52 ਅਸ਼ਰ ਲੋਕ ਤ੍ਰੈ ਸਭ ਕਛ ਇਨਹੀ ਮਾਹੇ। ਇਹਨਾਂ ਅੱਖਰਾਂ ਦੇ ਵਿੱਚ ਹੀ ਸੰਸਾਰ ਦਾ ਸਾਰਾ ਗਿਆਨ ਸਮਾਇਆ ਹੋਇਆ ਹੈ। ਅੱਖਰ ਵੱਖਰੇ ਵੱਖਰੇ ਹੋ ਸਕਦੇ ਨੇ, ਬੋਲੀ ਵੱਖਰੀ ਹੋ ਸਕਦੀ ਹੈ, ਪਰ ਗਿਣੇ ਉਹ ਅੱਖਰ ਹੀ ਜਾਣਗੇ। ਇਹਨਾਂ ਅੱਖਰਾਂ ਦੇ ਵਿੱਚ ਸਭ ਕੁਝ ਸਮਾਇਆ ਪਿਆ ਹੈ ਜੀ। ਦੂਜਾ ਬਚਨ ਕਬੀਰ ਸਾਹਿਬ ਦਾ ਪਤਾ ਕੀ ਕਹਿੰਦੇ ਨੇ? ਕਬੀਰ ਸਾਹਿਬ ਕਹਿੰਦੇ, ਭਲਿਆ ਤੂੰ ਦੇਖ, ਇਹ ਅੱਖਰ ਰੱਬ ਨੇ ਤੇਰੀ ਝੋਲੀ ਦੇ ਵਿੱਚ ਪਾਏ ਤਾਂ ਕਿ ਇਹਨਾਂ ਅੱਖਰਾਂ ਦੇ ਰਾਹੀਂ ਤੂੰ ਉਸ ਮਾਲਕ ਨੂੰ ਯਾਦ ਕਰ ਸਕੇ, ਉਸ ਮਾਲਕ ਦਾ ਨਾਮ ਜਪ ਕੇ ਉਹਦੇ ਨਾਲ ਤੂੰ ਮਰਜ ਹੋ ਸਕੇ। ਪਰ ਹੋਇਆ ਕੀ ਆ ਕਿ ਤੂੰ ਉਹ ਕੰਮ ਕਰਦਾ ਨਹੀਂ ਪਿਆ। ਤੇ ਫਿਰ ਇੱਥੇ ਫਿਰ ਕਬੀਰ ਸਾਹਿਬ ਸਮਝਾਉਂਦੇ ਨੇ, ਕਹਿੰਦੇ ਜੇਕਰ ਤੂੰ ਹੁਣ ਨਹੀਂ ਸਮਝਿਆ, ਜੇਕਰ ਤੂੰ ਆਪਣੇ ਇਸ ਪ੍ਰਾਈਸਲੈਸ ਗਿਫਟ ਦੀ ਪਹਿਚਾਣ ਨਾ ਕੀਤੀ, ਫਿਰ ਕੀ ਹੋਏਗਾ? ਉਹ ਇਮੈਜਿਨ ਕਰਾਉਂਦੇ ਨੇ ਇਨਸਾਨ ਨੂੰ। ਕਹਿੰਦੇ ਥੋੜਾ ਇਮੈਜਿਨ ਕਰਕੇ ਦੇਖ। ਕਿਸ ਤਰ੍ਹਾਂ ਦਾ ਜੀ? ਕਹਿੰਦੇ ਸਪੋਜ਼ ਕਰ ਲਾ ਕਿ ਤੈਨੂੰ ਇਸ ਜਨਮ ਤੋਂ ਬਾਅਦ, ਮਨੁੱਖਾ ਜਨਮ ਤੋਂ ਬਾਅਦ ਇੱਕ ਜਨਮ ਮਿਲਦਾ ਹੈ, ਇੱਕ ਔਕਸ ਦਾ, ਔਕਸ ਬਲਦ, ਇੱਕ ਬਲਦ ਦਾ ਤੈਨੂੰ ਜਨਮ ਮਿਲ ਗਿਆ ਹੈ, ਜੀਵਨ ਮਿਲ ਗਿਆ ਹੈ, ਲਾਈਫ ਮਿਲ ਗਈ ਹੈ। ਹੁਣ ਉਸ ਟਾਈਮ ਤੇ ਤੇਰੇ ਨਾਲ ਕੀ ਵਾਪਰੇਗਾ, ਉਹਦਾ ਸਾਰਾ ਮੈਪ ਕਬੀਰ ਸਾਹਿਬ ਨੇ ਉਸ ਪਾਵਨ ਸ਼ਬਦ ਦੇ ਵਿੱਚ ਸਾਡੇ ਸਾਹਮਣੇ ਰੱਖ ਦਿੱਤਾ। ਪਤਾ ਕੀ ਕਿਹਾ? ਕਹਿੰਦੇ 4 ਪਾਮ 2 ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਜਿਹੜੀ ਮੈਂ ਬੇਨਤੀ ਕੀਤੀ ਕਿ ਪਸ਼ੂਆਂ ਦੇ ਕੋਲ, ਪੰਛੀਆਂ ਦੇ ਕੋਲ ਆਵਾਜ਼ ਜ਼ਰੂਰ ਹੈ, ਅੱਖਰ ਨਹੀਂ ਉਹਨਾਂ ਦੇ ਕੋਲ ਹੈਗੇ। ਉਹ ਆਪਣੇ ਅੰਦਰ ਦੀ ਭਾਵਨਾ ਨੂੰ ਲਫ਼ਜ਼ਾਂ ਦੇ ਰਾਹੀਂ, ਅੱਖਰਾਂ ਦੇ ਰਾਹੀਂ ਕਿਸੇ ਦੂਜੇ ਦੇ ਅੱਗੇ ਬਿਆਨ ਨਹੀਂ ਕਰ ਸਕਦੇ। ਅਸੀਂ ਆਪਣੀ ਗੱਲ ਨੂੰ ਹਰ ਇੱਕ ਦੇ ਸਾਹਮਣੇ ਰੱਖ ਸਕਦੇ ਹਾਂ, ਆਪਣੇ ਦੁੱਖ ਨੂੰ ਹਰ ਇੱਕ ਦੇ ਸਾਹਮਣੇ ਰੱਖ ਸਕਦੇ ਹਾਂ, ਪਰ ਉਹਨਾਂ ਦੇ ਕੋਲ ਇਹ ਸਮਰੱਥਾ ਨਹੀਂ ਹੈ ਕਿ ਆਪਣੀ ਪੀੜਾ, ਆਪਣੀ ਪ੍ਰੋਬਲਮ ਜਾਂ ਆਪਣੇ ਦੁੱਖ ਨੂੰ ਉਹ ਕਿਸੇ ਦੂਜੇ ਦੇ ਸਾਹਮਣੇ ਬੋਲ ਕੇ ਅੱਖਰਾਂ ਦੇ ਰਾਹੀਂ ਰੱਖ ਸਕਣ। ਕਬੀਰ ਸਾਹਿਬ ਕਹਿੰਦੇ ਹੋਵੇਗਾ ਕਿ 4 ਪਾਮ ਤੇਰੇ, 4 ਪਾਮ 4 ਪੈਰ ਹੋਣਗੇ, 2 ਸਿੰਘ ਸਿਰ ਦੇ ਉੱਤੇ, 2 ਸਿੰਘ ਹੌਰਨਸ ਹੋਣਗੇ, ਗੁੰਗ ਮੁਖ, ਮੁਖ ਤੋਂ ਤੂੰ ਗੂੰਗਾ ਹੋਏਗਾ, ਬੋਲ ਨਹੀਂ ਸਕੇਗਾ ਕੁਝ ਵੀ। ਜਿਸ ਤਰ੍ਹਾਂ ਹੁਣ ਬੋਲਦਾ ਪਿਆ ਨਾ, ਇਸ ਤਰ੍ਹਾਂ ਉਸ ਟਾਈਮ ਤੇ ਕੁਛ ਨਹੀਂ ਤੇਰੇ ਕੋਲ ਬੋਲਿਆ ਜਾਣਾ। ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਉਦੋਂ ਫਿਰ ਕਹਿੰਦੇ ਕਿਵੇਂ ਗੁਣ ਗਾ ਲਏਗਾ? ਤਬ ਕੈਸੇ ਗੁਣ ਗਈ ਹੈ, ਊਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ, ਫਾਟੇ ਨਾਕਣ ਟੂਟੇ ਕਾਦਣ ਕੋਦੋ ਕੋ ਪੁਸ ਖਈ ਹੈ, ਸਾਰੋ ਦਿਨ ਡੋਲਤ ਬਨ ਮਹੀਆ, ਅਜੋ ਨਾ ਪੇਟ ਅਗਈ ਹੈ, ਜਨ ਭਗਤਨ ਕੋ ਕਹੋ ਨਾ ਮਾਨੋ, ਕੀਓ ਆਪਣੋ ਪਈ ਹੈ। ਕਬੀਰ ਸਾਹਿਬ ਕਹਿੰਦੇ ਉਦੋਂ ਬੜਾ ਔਖਾ ਹੋ ਜਾਣਾ।
ਸਾਰਾ ਦਿਨ ਤੇਰੇ ਕੋਲੋਂ ਕੰਮ ਲਿਆ ਜਾਣਾ ਤੇ ਖਾਣ ਨੂੰ ਸੁੱਕਾ ਚਾਰਾ ਤੈਨੂੰ ਥੋੜ੍ਹਾ ਜਿਹਾ ਦੇ ਦਿੱਤਾ ਜਾਣਾ ਹੈ। ਸਾਰਾ ਦਿਨ ਤੂੰ ਜੰਗਲ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਕੰਮ ਕਰਦਾ ਰਹਿਣਾ ਹੈ ਤੇ ਰੱਜ ਕੇ ਭੋਜਨ, ਰੱਜ ਕੇ ਖੁਰਾਕ ਤੈਨੂੰ ਫਿਰ ਵੀ ਨਹੀਂ ਮਿਲਣੀ। ਹੁਣ ਤਾਂ ਤੂੰ ਰੱਜ ਕੇ ਖਾਂਦਾ ਨਾ, ਕਈ ਤਰ੍ਹਾਂ ਦੇ ਪਦਾਰਥ ਖਾਂਦਾ ਹੈ, ਉਦੋਂ ਤੱਕ ਖਾਂਦਾ ਹੈ ਜਦੋਂ ਤੱਕ ਪੇਟ ਬਸ ਨਹੀਂ ਕਰ ਜਾਂਦਾ, ਪਰ ਉਦੋਂ ਤੈਨੂੰ ਖਾਣ ਨੂੰ ਕੁਝ ਨਹੀਂ ਮਿਲਣਾ। ਕਹਿੰਦੇ ਹੁਣ ਤੇਰੇ ਕੋਲ ਮੌਕਾ ਹੈ ਬੜਾ ਪਿਆਰਾ, ਰੱਬ ਨੇ ਤੈਨੂੰ ਬੜੀ ਪਿਆਰੀ ਦਾਤ ਦਿੱਤੀ ਹੈ, ਅੱਖਰ ਤੇਰੀ ਝੋਲੀ ਦੇ ਵਿੱਚ ਪਾਏ ਹੋਏ ਨੇ। ਇਹਨਾਂ ਅੱਖਰਾਂ ਦੇ ਰਾਹੀਂ ਉਸ ਮਾਲਕ ਨੂੰ ਯਾਦ ਕਰ, ਉਹਦੀ ਯਾਦ ਵਿੱਚ ਜੁੜ ਜਾ। ਤੇ ਸਾਧ ਸੰਗਤ, ਇਹ ਜਿਹੜਾ ਗਿਫਟ ਅੱਖਰਾਂ ਵਾਲਾ ਮਾਲਕ ਨੇ ਸਾਡੀ ਝੋਲੀ 'ਚ ਪਾਇਆ ਨੇ, ਇਹਨੂੰ ਹੋਰ ਈਜ਼ੀ ਸਮਝਣਾ ਹੋਵੇ ਤੇ ਇਦਾਂ ਕਹਿ ਲਈਏ, ਇੱਕ ਛੋਟੀ ਜਿਹੀ ਕਹਾਣੀ ਹੈ ਬੜੀ ਪਿਆਰੀ। ਕਹਿੰਦੇ ਇੱਕ ਨਾ ਡਾਕਟਰ ਸੀ, ਹਕੀਮ, ਵੈਦ, ਬੜਾ ਸਿਆਣਾ ਸੀ ਜੀ। ਉਹ ਹਰ ਇੱਕ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰ ਦਿੰਦਾ ਸੀ। ਬੜੀ ਰਹਿਮਤ ਸੀ ਉਹਦੇ ਉੱਤੇ ਮਾਲਕ ਦੀ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਰੋਗ ਹੋਵੇ ਉਹ ਦੂਰ ਕਰ ਦਿੰਦਾ ਸੀ। ਦਵਾਈ ਐਸੀ ਤਿਆਰ ਕਰਨੀ, ਉਸ ਦਵਾਈ ਦੇ ਨਾਲ ਉਹਨੇ ਇਲਾਜ ਕਰ ਦੇਣਾ ਜੀ। ਹੋਰਾਂ ਵੀ ਇਲਾਕਿਆਂ ਦੇ ਵਿੱਚ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਾਂ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਵੀ ਇਲਾਜ ਕਰਦਾ। ਉਹਦੇ ਨਾਲ 5-6 ਨਿਆਣੇ ਸੀ ਜੀ, ਬੱਚੇ ਸੀ ਉਹਦੇ। ਹੀ ਹੈਜ਼ 4 to 5 children। ਤੇ ਇੱਕ ਦਿਨ ਉਹ ਕਿਸੇ ਦੂਜੇ ਦੇਸ਼ ਦੇ ਵਿੱਚ ਗਿਆ ਤੇ ਪਿੱਛੋਂ ਘਰ ਦੇ ਵਿੱਚ ਜਿਹੜਾ ਉਹਦਾ ਸਮਾਨ ਪਿਆ ਹੈ, ਮੈਡੀਸਿਨ ਵਗੈਰਾ, ਤੇ ਉਹਦੇ ਵਿੱਚ ਤੁਹਾਨੂੰ ਪਤਾ ਹੈ ਜਿਹੜੀਆਂ ਮੈਡੀਸਿਨਸ ਹੁੰਦੀਆਂ ਨੇ ਉਹਨਾਂ ਵਿੱਚ ਪੋਇਜ਼ਨ ਵੀ ਯੂਜ਼ ਕੀਤਾ ਜਾਂਦਾ, ਥੋੜ੍ਹਾ ਬਹੁਤਾ ਉਹਨੂੰ ਸਵਾਰ ਕੇ ਜਾਂ ਉਹਨੂੰ ਮਾਰ ਕੇ। ਤੇ ਘਰ ਦੇ ਵਿੱਚ ਥੋੜ੍ਹਾ ਜਿਹਾ ਕਿਤੇ ਪੋਇਜ਼ਨ ਵੀ ਪਿਆ ਹੋਇਆ ਸੀ ਤੇ ਉਹਦੇ ਬੱਚਿਆਂ ਨੇ ਕੀ ਕੀਤਾ ਜੀ, ਉਹ ਪੀ ਲਿਆ। 4-5 ਬੱਚੇ ਨੇ, ਉਹਨਾਂ 4-5 ਨੇ ਪੀ ਲਿਆ। ਕਿਸੇ ਨੇ ਥੋੜ੍ਹਾ ਪੀਤਾ, ਕਿਸੇ ਨੇ ਥੋੜ੍ਹਾ ਵੱਧ ਪੀ ਲਿਆ। ਜਦੋਂ ਉਹ ਡਾਕਟਰ ਵਾਪਸ ਆਉਂਦਾ ਹੈ, ਕੀ ਦੇਖਦਾ ਕਿ ਉਹਦੇ 4-5 ਬੱਚੇ ਜਿਹੜੇ ਉਹ ਬਿਮਾਰ ਪਏ ਹੋਏ ਨੇ ਜੀ। ਉਹਨੇ ਦੇਖਿਆ, ਅੰਦਾਜ਼ਾ ਲਗਾਇਆ, ਪਤਾ ਕੀਤਾ, ਪਤਾ ਲੱਗਿਆ ਕਿ ਇਹਨਾਂ ਨੇ ਜ਼ਹਿਰ ਪੀਤਾ। ਉਹਨੇ ਦਵਾਈ ਤਿਆਰ ਕੀਤੀ ਜੀ ਫਟਾਫਟ। ਦਵਾਈ ਤਿਆਰ ਕਰਨ ਤੋਂ ਬਾਅਦ ਆਪਣੇ ਬੱਚਿਆਂ ਨੂੰ ਕਿਹਾ ਪੀਓ। ਉਹਨਾਂ ਵਿੱਚੋਂ ਇੱਕ ਦੋ ਨੇ ਪੀ ਲਈ, ਉਹ ਤਾਂ ਹੋ ਗਏ ਠੀਕ। 1-2 ਜਿਨ੍ਹਾਂ ਨੇ ਥੋੜ੍ਹਾ ਜ਼ਿਆਦਾ ਪੀਤਾ ਹੋਇਆ ਸੀ ਨਾ, ਉਹਨਾਂ ਦੀ ਹਾਲਤ ਥੋੜ੍ਹੀ ਜ਼ਿਆਦਾ ਵਿਗੜ ਗਈ। ਉਹ ਮੈਂਟਲੀ ਤੌਰ 'ਤੇ ਥੋੜ੍ਹੇ ਜਿਹੇ ਉਹ ਵੈਲ ਨਾ ਰਹਿ ਸਕੇ, ਅਪਸੈਟ ਹੋ ਗਏ। ਪਿਤਾ ਕਹਿ ਰਿਹਾ ਕਿ ਤੁਸੀਂ ਇਹ ਦਵਾਈ ਪੀਓ, ਤੁਸੀਂ ਠੀਕ ਹੋ ਜਾਓਗੇ। ਉਹ ਸਮਝ ਨਹੀਂ ਲੱਗ ਰਹੀ ਉਹਨਾਂ ਨੂੰ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਪਤਾ ਨਹੀਂ ਕੀ ਸਾਨੂੰ ਪਿਤਾ ਪਿਆਉਣ ਲੱਗਾ ਹੈ, ਕਿਉਂਕਿ ਮਾਨਸਿਕ ਹਾਲਤ ਵਿਗੜ ਗਈ ਹੈ ਨਾ। ਤੇ ਪਿਤਾ ਨੇ ਬੜਾ ਜ਼ੋਰ ਲਗਾਇਆ ਜੀ, ਨਹੀਂ ਪੀਤੀ ਉਹਨਾਂ ਦਵਾਈ। ਫਿਰ ਪਿਤਾ ਨੇ ਇੱਕ ਤਰਕੀਬ, ਇੱਕ ਸਕੀਮ ਲਗਾਈ ਜੀ। ਉਹ ਆਪਣੇ ਘਰੋਂ ਜਾਣ ਲੱਗਾ, ਆਪਣੇ ਬੱਚਿਆਂ ਨੂੰ ਕਿਹਾ ਕਿ ਮੈਂ ਚੱਲਿਆ ਵਾਂ ਦੂਜੇ ਟ੍ਰਿਪ ਦੇ ਉੱਤੇ, ਮੈਂ ਕਿਸੇ ਦੂਜੇ ਦੇਸ਼ ਵਿੱਚ ਜਾ ਕੇ ਰੋਗੀਆਂ ਦਾ ਇਲਾਜ ਕਰਨਾ ਹੈ। ਇਹ ਦਵਾਈ ਪਈ ਹੋਈ ਹੈ, ਮੇਰੀ ਉਮਰ ਕਾਫੀ ਹੋ ਚੁੱਕੀ, ਮੈਂ ਬੁੱਢਾ ਹੋ ਚੁੱਕਾ, ਪਤਾ ਨਹੀਂ ਮੈਂ ਉਸ ਟ੍ਰਿਪ ਤੋਂ ਵਾਪਸ ਆ ਪਾਉਣਾ ਹੈ ਕਿ ਨਹੀਂ ਆ ਪਾਉਣਾ, ਹੋ ਸਕਦਾ ਮੇਰੀ ਡੈਥ ਹੋ ਜਾਏ। ਆਹ ਦਵਾਈ ਪਈ ਹੋਈ ਹੈ, ਜਦੋਂ ਵੀ ਤੁਸੀਂ ਇਸ ਦਵਾਈ ਨੂੰ ਪੀਓਗੇ ਤੁਸੀਂ ਠੀਕ ਹੋ ਜਾਓਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਠੀਕ ਹੋਵੋਗੇ ਤੁਸੀਂ, ਤੇ ਪੀ ਜ਼ਰੂਰ ਲਿਆ। ਚਲਾ ਗਿਆ ਜੀ। ਇੰਨੀ ਗੱਲ ਕਹਿ ਕੇ 5-7-10 ਦਿਨਾਂ ਬਾਅਦ ਕੋਈ ਮੈਸੇਂਜਰ ਉਹਦਾ ਸੁਨੇਹਾ ਲੈ ਕੇ ਆਉਂਦਾ ਹੈ। ਉਹਦੇ ਬੱਚਿਆਂ ਨੂੰ ਆਣ ਕੇ ਸੁਨੇਹਾ ਦਿੰਦਾ ਹੈ ਕਿ ਤੁਹਾਡਾ ਪਿਤਾ ਨਹੀਂ ਰਿਹਾ, ਉਹਦੀ ਡੈਥ ਹੋ ਗਈ ਹੈ। ਬੱਚੇ ਰੋਂਦੇ ਨੇ ਕਿ ਸਾਡਾ ਪਿਤਾ ਚਲਾ ਗਿਆ, ਸਾਡਾ ਸਹਾਰਾ ਕੋਈ ਨਹੀਂ। ਉਹ ਜਿਹੜੇ 2-3 ਬੱਚੇ ਜਿਨ੍ਹਾਂ ਨੇ ਦਵਾਈ ਨਹੀਂ ਸੀ ਨਾ ਪੀਤੀ ਹੋਈ, ਉਹਨਾਂ ਨੂੰ ਲੱਗਦਾ, ਕਹਿੰਦਾ ਹੁਣ ਤਾਂ ਪਿਤਾ ਸਾਡਾ ਚਲਾ ਗਿਆ ਏ, ਉਹੀ ਸਾਡਾ ਸਹਾਰਾ ਸੀ, ਚਲੋ ਉਹ ਸਾਨੂੰ ਕਹਿ ਕੇ ਗਿਆ ਸੀ ਇਹ ਕੋਈ ਚੀਜ਼ ਹੈ, ਪੀ ਲੈਣਾ। ਉਹਨਾਂ ਪੀਤੀ, ਠੀਕ ਹੋ ਗਏ ਜੀ। ਜਦੋਂ ਠੀਕ ਹੋਏ ਤੇ ਉਹ ਤੋਂ ਅਗਲੇ ਦਿਨ ਹੀ ਪਿਤਾ ਵਾਪਸ ਆ ਜਾਂਦਾ ਤੇ ਬੱਚੇ ਬੜੇ ਖੁਸ਼ ਹੁੰਦੇ ਨੇ। ਇੱਥੇ ਕਹਾਣੀ ਦਾ ਐਂਡ ਹੈ। ਪਰ ਇਹਨੂੰ ਆਪਾਂ ਵਿਚਾਰਨਾ ਕਿਵੇਂ ਹੈ? ਇੱਦਾਂ ਕਹਿ ਲਈਏ ਕਿ ਗੁਰੂ ਨਾਨਕ ਸਾਹਿਬ ਜਦੋਂ ਇਸ ਦੁਨੀਆ ਦੇ ਵਿੱਚ ਆਏ, ਉਹਨਾਂ ਦੇਖਿਆ ਕਿ ਸਾਰਾ ਸੰਸਾਰ ਹੀ ਬਿਮਾਰ ਹੋਇਆ ਪਿਆ ਹੈ ਜੀ। ਦੁਨੀਆ ਦੇ ਲੋਕ ਬਿਮਾਰ ਹੋਏ ਪਏ ਨੇ। ਵਿਕਾਰਾਂ ਰੂਪੀ ਜ਼ਹਿਰ ਜਿਹੜਾ ਇਹਨਾਂ ਨੇ ਪੀਤਾ ਹੋਇਆ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਾ, ਚੁਗਲੀ, ਇਹ ਸਾਰਾ ਜ਼ਹਿਰ ਇਹਨਾਂ ਦੇ ਅੰਦਰ ਭਰਿਆ ਪਿਆ। ਮੈਂਟਲੀ ਤੌਰ ਤੇ ਸਾਰੇ ਅਪਸੈਟ ਤੁਰੇ ਫਿਰਦੇ ਨੇ। ਹੁਣ ਦੇਖੋ, ਮੈਂਟਲੀ ਤੌਰ ਤੇ ਹਰ ਇੱਕ ਅਪਸੈਟ ਸੀ, ਤਾਂ ਹੀ ਤਾਂ ਗੁਰੂ ਨਾਨਕ ਸਾਹਿਬ ਨੂੰ ਲੋਕਾਂ ਨੇ ਗਾਲਾਂ ਵੀ ਕੱਢੀਆਂ। ਮਾਰੂ ਰਾਗ ਦੇ ਵਿੱਚ ਗੁਰੂ ਸਾਹਿਬ ਦਾ ਬਚਨ ਹੈ ਜੀ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਕੋਈ ਆਖੇ ਭੂਤ ਨਾ ਕੋ ਕਹੈ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰ। ਗੁਰੂ ਨਾਨਕ ਸਾਹਿਬ ਨੂੰ ਵੀ ਆਹ ਮਾੜੇ ਲਫ਼ਜ਼ ਲੋਕਾਂ ਨੇ ਬੋਲੇ। ਕਿਹਨਾਂ ਨੇ ਬੋਲੇ? ਜਿਹੜੇ ਮਾਨਸਿਕ ਤੌਰ ਤੇ ਅਪਸੈਟ ਹੋ ਚੁੱਕੇ ਸੀ, ਜਿਨ੍ਹਾਂ ਨੇ ਆ ਵਿਕਾਰਾਂ ਰੂਪੀ ਜ਼ਹਿਰ, ਜਿਨ੍ਹਾਂ ਨੇ ਮਾਇਆ ਰੂਪੀ ਜ਼ਹਿਰ ਇਹਨਾਂ ਕੋ ਪੀ ਲਿਆ ਕਿ ਉਹ ਮੈਂਟਲੀ ਤੌਰ ਤੇ ਵੈਲ ਰਹਿ ਹੀ ਨਹੀਂ ਸਕੇ। ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਮਾੜਾ ਭਲਾ ਕਿਹਾ। ਤੇ ਗੁਰੂ ਨਾਨਕ ਸਾਹਿਬ ਨੇ ਦੇਖਿਆ ਜੀ ਇਹ ਤਾਂ ਸਾਰਾ ਹੀ ਬੜਾ ਮਾੜਾ ਹਾਲ ਹੋਇਆ ਪਿਆ ਸੰਸਾਰ ਦਾ। ਫਿਰ ਉਹਨਾਂ ਨੇ ਉਹ ਜਿਹੜਾ ਗਿਫਟ ਸਾਡੀ ਝੋਲੀ 'ਚ ਅੱਖਰਾਂ ਦਾ ਪ੍ਰਮਾਤਮਾ ਨੇ ਪਾਇਆ ਹੈ ਨਾ,
ਉਹਨਾਂ ਦੇ ਰਾਹੀਂ ਇੱਕ ਮੈਡੀਸਿਨ ਸਾਡੀ ਝੋਲੀ ਦੇ ਵਿੱਚ ਪਾਈ। ਇੱਕ ਮੈਡੀਸਿਨ ਝੋਲੀ ਦੇ ਵਿੱਚ ਪਾਈ। ਕਿਹੜੀ ਮੈਡੀਸਿਨ ਹੈ ਜੀ? ਉਹ ਹੈ ਇਹ ਬਾਣੀ। ਇਹ ਮੈਡੀਸਿਨ ਹੈ। ਜਿਹੜਾ ਵੀ ਇਸ ਮੈਡੀਸਿਨ ਨੂੰ ਯੂਜ਼ ਕਰੇਗਾ, ਪੀਏਗਾ, ਬਾਣੀ 'ਚ ਆਪਾਂ ਪੜ੍ਹਦੇ ਨਾ, ਸਰਬ ਰੋਗ ਕਾ ਔਖਦ ਨਾਮ। ਔਖਦ ਕੀ ਹੈ ਜੀ? ਦਵਾਈ ਤਾਂ ਹੈ, ਦਵਾਈ ਤਾਂ ਹੈ। ਔਖਦ ਦਾ ਜਿਹੜਾ ਵਰਡ ਮੀਨਿੰਗ ਹੈ ਉਹ ਹੈ ਮੈਡੀਸਿਨ। ਤੇ ਸਤਿਗੁਰੂ ਜੀ ਕਹਿੰਦੇ ਇਹ ਜਿਹੜੇ ਰੋਗ ਤੈਨੂੰ ਲੱਗੇ ਹੋਏ ਨੇ, ਜਿਹੜੇ ਪੋਇਜ਼ਨ ਤੂੰ ਪੀਤੇ ਹੋਏ ਨੇ ਵਿਕਾਰਾਂ ਰੂਪੀ, ਇਹਨਾਂ ਦਾ ਇੱਕੋ ਹੀ ਇਲਾਜ ਹੈ। ਜਿਸ ਤਰ੍ਹਾਂ ਉਸ ਪਿਤਾ ਨੇ ਇੱਕ ਹੀ ਮੈਡੀਸਿਨ ਤਿਆਰ ਕੀਤੀ ਸੀ ਆਪਣੇ ਬੱਚਿਆਂ ਦੇ ਲਈ। ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਪ੍ਰਮਾਤਮਾ ਦਾ ਨਾਮ, ਆ ਬਾਣੀ ਹੀ ਤੇਰੇ ਸਾਰੇ ਰੋਗਾਂ ਦਾ ਇਲਾਜ ਹੈ। ਇਹੀ ਮੈਡੀਸਿਨ ਹੈ, ਇਹਨੂੰ ਪੀ। ਜਿਹੜਾ ਪੀ ਲਏਗਾ, ਜਾਂ ਜਿਹਨੇ ਪੀਤੀ ਇਹ ਦਵਾਈ, ਜਿਸ ਨੇ ਇਸ ਮੈਡੀਸਿਨ ਨੂੰ ਪੀ ਲਿਆ, ਸਤਿਗੁਰੂ ਜੀ ਕਹਿੰਦੇ ਫਿਰ ਉਹਦੇ ਤਾਂ ਰੋਗ ਦੂਰ ਹੋ ਗਏ, ਉਹ ਤਾਂ ਵੈਲ ਹੋ ਗਿਆ। ਉਹਨੇ ਤਾਂ ਆਪਣੇ ਇਸ ਗਿਫਟ ਨੂੰ, ਜਿਹੜਾ ਪ੍ਰਮਾਤਮਾ ਨੇ ਝੋਲੀ 'ਚ ਪਾਇਆ, ਉਹਨੂੰ ਪਹਿਚਾਣ ਲਿਆ। ਪਰ ਬਹੁਤਾਤ ਵਿੱਚ ਐਸੇ ਜਿਹੜੇ ਅਜੇ ਵੀ ਇਸ ਮੈਡੀਸਿਨ ਨੂੰ ਲੈਂਦੇ ਨਹੀਂ। ਪਤਾ ਹੈ ਕਿ ਇਹ ਦਵਾਈ ਹੈ, ਸਮਝ ਹੈ, ਪਰ ਉਹਦੇ ਬਾਵਜੂਦ ਵੀ ਨਹੀਂ ਪੀ ਰਹੇ। ਤੇ ਖਿਆਲ ਕਰਿਓ, ਦਵਾਈ ਹਜ਼ਾਰਾਂ ਸਾਲ ਇੱਕੇ ਜਗ੍ਹਾ ਤੇ ਪਈ ਰਵੇ, ਉਹਨੂੰ ਪੀਵੇ ਨਾ ਕੋਈ ਵੀ ਰੋਗੀ, ਸਿਰਫ ਦੇਖਦਾ ਰਹੇ, ਦੇਖਣ ਦੇ ਨਾਲ ਕਦੇ ਇਲਾਜ ਨਹੀਂ ਜੀ ਹੋਇਆ ਹੋ ਪਾਉਂਦਾ। ਜੇ ਮੈਂ ਚਾਹੁੰਦਾ ਕਿ ਮੇਰਾ ਇਲਾਜ ਹੋਵੇ, ਮੈਨੂੰ ਕੋਈ ਰੋਗ ਲੱਗਾ ਹੈ, ਮੈਂ ਆਪਣੀ ਜਿਹੜਾ ਰੋਗ ਹੈ ਉਸ ਨੂੰ ਦੂਰ ਕਰਨਾ ਚਾਹੁੰਦਾ, ਤੇ ਜਿਹੜੀ ਦਵਾਈ ਡਾਕਟਰ ਨੇ ਮੈਨੂੰ ਦਿੱਤੀ ਹੈ ਉਹ ਮੈਨੂੰ ਲੈਣੀ ਪਏਗੀ। ਤੇ ਜੇ ਮੈਂ ਆਪਣੇ ਸਾਹਮਣੇ ਰੱਖ ਕੇ ਉਹਨੂੰ ਦੇਖੀ ਜਾਵਾਂ, ਜਾਂ ਉਹਦੇ ਅੱਗੇ ਮੱਥੇ ਟੇਕੀ ਜਾਵਾਂ, ਤੇ ਮਾਫ ਕਰਨਾ ਸਾਧ ਸੰਗਤ, ਇੱਦਾਂ ਰੋਗ ਦੂਰ ਹੋਣ ਵਾਲਾ ਨਹੀਂ। ਕਰਨਾ ਕੀ ਪਏਗਾ? ਮੈਨੂੰ ਉਹ ਮੈਡੀਸਿਨ ਖਾਣੀ ਪਏਗੀ, ਲੈਣੀ ਪਏਗੀ, ਤਾਂ ਕਰਕੇ ਮੈਨੂੰ ਰੋਗ ਤੋਂ ਨਿਜਾਤ ਮਿਲਣੀ ਹੈ। ਤੇ ਇਹ ਜਿਹੜੇ ਅੱਖਰ, ਬਾਣੀ ਰੂਪੀ ਅੱਖਰ ਜਿਹੜੇ ਸਤਿਗੁਰਾਂ ਨੇ ਸਾਡੀ ਝੋਲੀ 'ਚ ਪਾਏ ਨੇ ਨਾ, ਇਹ ਦਵਾਈ ਤਾਂ ਹੈ। ਗੁਰੂ ਨਾਨਕ ਸਾਹਿਬ ਦਾ ਬਚਨ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਨਾ ਜੀ। ਜਪਜੀ ਸਾਹਿਬ ਦਾ ਪਾਠ ਆਸ ਹੈ ਕਿ ਸਾਰੇ ਹੀ ਕਰਦੇ ਹੋਣਗੇ ਸਵੇਰੇ। ਤੇ ਜਦੋਂ ਅਸੰਖ ਵਾਲੀਆਂ ਪੌੜੀਆਂ ਸ਼ੁਰੂ ਹੁੰਦੀਆਂ ਨੇ, ਤੇ ਅਸੰਖ ਵਾਲੀ ਜਿਹੜੀ 3rd ਪੌੜੀ ਹੈ, ਜਿਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ, ਅਸੰਖ ਨਾਮ ਅਸੰਖ ਥਾਮ ਅਗੰਮ ਅਗੰਮ ਅਸੰਖ ਲੋ, ਅਸੰਖ ਹੈ ਸਿਰ ਭਾਰ ਹੋਏ। ਇਸ ਤੋਂ ਅੱਗੇ ਸਤਿਗੁਰੂ ਜੀ ਕਹਿੰਦੇ, ਅੱਖਰੀ ਨਾਮ ਅੱਖਰੀ ਸਾਲਾਹ, ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ। ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦਾ ਨਾਮ ਜੇਕਰ ਲੈਣਾ ਹੈ ਤਾਂ ਉਹਦੇ ਲਈ ਵੀ ਅੱਖਰਾਂ ਦੀ ਜ਼ਰੂਰਤ ਹੈ। ਅੱਖਰੀ ਨਾਮ ਅੱਖਰੀ ਸਾਲਾ, ਜੇ ਉਹਦੀ ਸਿਫਤ ਸਲਾਹ ਕਰਨੀ ਹੈ ਤਾਂ ਵੀ ਅੱਖਰਾਂ ਦੀ ਜ਼ਰੂਰਤ ਹੈ। ਜੇਕਰ ਤੈਨੂੰ ਕੋਈ ਨੌਲੇਜ ਚਾਹੀਦੀ ਹੈ, ਗਿਆਨ ਚਾਹੀਦਾ ਹੈ, ਉਹਦੇ ਲਈ ਵੀ ਅੱਖਰਾਂ ਦੀ ਜ਼ਰੂਰਤ ਹੈ। ਜੇਕਰ ਤੂੰ ਬੋਲਣਾ ਚਾਹ ਰਿਹਾ ਹੈ ਕੁਝ, ਉਹਦੇ ਲਈ ਵੀ ਅੱਖਰਾਂ ਦੀ ਜ਼ਰੂਰਤ ਹੈ। ਦੁਨੀਆ ਦਾ ਗਿਆਨ ਤੈਨੂੰ ਚਾਹੀਦਾ ਤਾਂ ਵੀ ਅੱਖਰਾਂ ਦੀ ਜ਼ਰੂਰਤ ਹੈ। ਬੱਚੇ ਪੜ੍ਹਨ ਜਾਂਦੇ ਨੇ ਸਕੂਲ, ਯੂਨੀਵਰਸਿਟੀ, ਕਾਲਜ ਦੇ ਵਿੱਚ, ਅੱਖਰ ਹੀ ਤਾਂ ਪੜ੍ਹਦੇ ਨੇ। ਉਹਨਾਂ ਅੱਖਰਾਂ ਦੇ ਰਾਹੀਂ ਤਾਂ ਨੌਲੇਜ ਉਹਦੇ ਅੰਦਰ ਆਉਂਦੀ ਹੈ। ਉਹਨਾਂ ਅੱਖਰਾਂ ਨੂੰ ਪੜ੍ਹ ਕੇ ਹੀ ਤਾਂ ਕੋਈ ਸਕਸੈਸ ਹੋ ਪਾਉਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਆਤਮਿਕ ਗਿਆਨ ਜਿਹੜਾ ਹੈ ਨਾ, ਉਹ ਵੀ ਅੱਖਰਾਂ ਦੇ ਵਿੱਚ ਮਾਲਕ ਨੇ ਤੇਰੀ ਝੋਲੀ ਦੇ ਵਿੱਚ ਪਾ ਦਿੱਤਾ ਹੈ। ਮੈਂ ਕਿਹਾ ਸੀ ਬੜੇ ਗਿਫਟ ਪਾਏ ਨੇ ਜੀ ਝੋਲੀ 'ਚ। ਇੱਕ ਗਿਫਟ ਤਾਂ ਇਹ ਹੈ ਪ੍ਰਮਾਤਮਾ ਦਾ ਕਿ ਉਹਨੇ ਸਾਨੂੰ ਅੱਖਰ ਦਿੱਤੇ ਨੇ। ਤੇ ਜੇਕਰ ਦੂਜਾ ਆਪਾਂ ਕਹਿ ਲਈਏ, ਦੂਜਾ ਗਿਫਟ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਰਹਿਮਤ ਕਰਦਿਆਂ ਹੋਇਆਂ, ਗੁਰੂ ਸਾਹਿਬਾਨਾਂ ਨੇ ਰਹਿਮਤ ਕਰਦਿਆਂ ਹੋਇਆਂ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੀ ਝੋਲੀ ਦੇ ਵਿੱਚ ਬਖਸ਼ਿਸ਼ ਰੂਪ ਵਿੱਚ ਸਾਨੂੰ ਪਾ ਦਿੱਤਾ ਜੀ। ਇੱਕ ਗਿਫਟ ਬੜਾ ਵੱਡਾ, ਇਹ ਖਜ਼ਾਨਾ ਸਾਨੂੰ ਦੇ ਦਿੱਤਾ ਹੈ ਗੁਰੂ ਸਾਹਿਬ ਨੇ। ਕਹਿੰਦੇ ਇਹ ਜਿਹੜੇ ਅੱਖਰ, ਉਸ ਕਿਸੇ ਕਵੀ ਨੇ ਬੜੀ ਪਿਆਰੀ ਇੱਕ ਲਾਈਨ ਲਿਖੀ ਹੈ ਜੀ, ਅੱਖਰਾਂ ਦੇ ਵਿੱਚ ਇਹ ਜੋਤ ਹੈ ਅਕਾਲ ਦੀ। ਇਹ ਇਕੱਲੇ ਅੱਖਰ ਹੀ ਨਾ ਇਹਨਾਂ ਨੂੰ ਸਮਝ ਕੇ ਬੈਠੇ ਰਹੋ। ਇਹ ਕਹਿੰਦੇ ਨੇ ਕਿ ਇਹਦੇ ਵਿੱਚ ਉਸ ਅਕਾਲ ਦੀ ਜੋਤ ਹੈ। ਜਦੋਂ ਅਰਦਾਸ ਕਰਦੇ ਆ ਤੇ ਕੀ ਲਫ਼ਜ਼ ਯੂਜ਼ ਕੀਤੇ ਜਾਂਦੇ ਨੇ? 10 ਪਾਤਸ਼ਾਹੀਆਂ ਦੀ ਆਤਮਿਕ ਜੋਤ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਸ ਮਾਲਕ ਦੀ, ਪ੍ਰਮਾਤਮਾ ਦੀ ਜੋਤ ਹੈ। ਇਹਨੂੰ ਆਮ ਦੁਨਿਆਵੀ ਅੱਖਰ ਹੀ ਨਾ ਕਿਤੇ ਸਮਝ ਕੇ ਬੈਠੇ ਰਹੀਏ। ਤੇ ਸਾਧ ਸੰਗਤ, ਜੇ ਇਹਨਾਂ ਅੱਖਰਾਂ ਨੂੰ ਪੜ੍ਹ ਕੇ, ਵਿਚਾਰ ਕੇ ਜੀਵਨ ਦੇ ਵਿੱਚ ਕਮਾਉਣਾ ਸਟਾਰਟ ਕਰ ਦਿੱਤਾ, ਫਿਰ ਕੀ ਹੋਏਗਾ ਜੀ? ਜਿਹੜਾ ਰੋਗ ਸਾਨੂੰ ਲੱਗਾ ਹੋਇਆ ਨਾ, ਉਹ ਦੂਰ ਹੋ ਜਾਏਗਾ। ਜਿਹੜੇ ਵਿਕਾਰਾਂ ਰੂਪੀ ਰੋਗ ਲੱਗੇ ਹੋਏ ਨੇ, ਮਾਇਆ ਰੂਪੀ ਰੋਗ ਲੱਗਾ ਹੋਇਆ ਨਾ, ਜਿਹੜਾ ਪੋਇਜ਼ਨ ਆਪਾਂ ਪੀਤਾ ਹੋਇਆ ਹੈ, ਉਹ ਤੋਂ ਨਿਜਾਤ ਮਿਲ ਜਾਏਗੀ, ਉਹਦਾ ਇਲਾਜ ਹੋ ਜਾਏਗਾ। ਇਹੀ ਗੱਲ ਗੁਰੂ ਨਾਨਕ ਸਾਹਿਬ ਇਹਨਾਂ ਵਚਨਾਂ ਦੇ ਵਿੱਚ ਸਮਝਾਉਂਦੇ ਨੇ। ਈੜੀ ਅੱਖਰ ਦੇ ਰਾਹੀਂ ਇਹੀ ਉਪਦੇਸ਼ ਸਾਡੀ ਝੋਲੀ 'ਚ ਪਾ ਰਹੇ ਨੇ। ਈਵੜੀ ਆਦਿ ਪੁਰਖ ਹੈ ਦਾਤਾ,
ਆਪੇ ਸੱਚਾ ਸੋਈ। ਉਹ ਸਾਰਿਆਂ ਦਾ ਦਾਤਾ ਹੈ, ਦਾਤਾਂ ਦੇਣ ਵਾਲਾ ਹੈ, ਕ੍ਰੀਏਟਰ ਹੈ, ਐਵਰਲਾਸਟਿੰਗ ਹੈ। ਤੇ ਨਾਲ ਹੀ ਕਹਿ ਦਿੱਤਾ, ਇਹਨਾਂ ਅੱਖਰਾਂ ਮੈਂ ਜੋ ਗੁਰਮੁਖ ਬੂਝੈ। ਜਿਹੜਾ ਵੀ ਇਹਨਾਂ ਅੱਖਰਾਂ ਦੇ ਰਾਹੀਂ ਉਸ ਮਾਲਕ ਨੂੰ ਬੁੱਝ ਲਏਗਾ, ਉਹਦੇ ਨਾਲ ਜਿਸ ਦੀ ਜਾਣ ਪਛਾਣ ਹੋ ਜਾਏਗੀ, ਜਿਹੜਾ ਉਹਦੇ ਨਾਲ ਜੁੜ ਜਾਏਗਾ, ਜਿਹਦਾ ਕਨੈਕਸ਼ਨ ਉਹਦੇ ਨਾਲ ਜੁੜ ਜਾਏਗਾ, ਤਿਸ ਸਿਰ ਲੇਖ ਨਾ ਹੋਈ। ਉਹਦੇ ਨਾਲ ਹੋਏਗਾ ਕਿ ਵਿਕਾਰਾਂ ਦੇ ਨਾਲ ਉਹਦਾ ਖਹਿੜਾ ਛੁੱਟ ਜਾਏਗਾ ਜੀ, ਅਰੋਗ ਹੋ ਗਿਆ। ਜਿਹੜਾ ਅਰੋਗ ਹੋ ਗਿਆ, ਜਿਹੜਾ ਅੰਦਰੋਂ ਬਿਲਕੁਲ ਪਾਕ ਹੋ ਗਿਆ। ਜੇਕਰ ਇੱਕ ਨਾ ਕਬੀਰ ਸਾਹਿਬ ਦਾ ਬਚਨ ਹੈ ਜੀ, ਉਹ ਵੀ ਉਹਦੇ ਵਿੱਚ ਕੀ ਕਹਿੰਦੇ ਨੇ, ਕਹਿੰਦੇ ਤੁਰਕ ਤਰੀਕਤ ਜਾਣੀਏ ਹਿੰਦੂ ਵੇਦ ਪੁਰਾਣ, ਮਨ ਸਮਝਾਵਣ ਕਾਰਨ ਕਛੂ ਪੜ੍ਹੀਐ ਗਿਆਨ। ਕਬੀਰ ਸਾਹਿਬ ਕਹਿੰਦੇ ਨੇ ਕਿ ਇਸਲਾਮ ਧਰਮ ਦੇ ਵਿੱਚ ਵੀ ਤੇ ਹਿੰਦੂ ਧਰਮ ਦੇ ਵਿੱਚ ਵੀ ਆਪਣੇ ਆਪਣੇ ਧਰਮ ਗ੍ਰੰਥ ਨੇ। ਹਰ ਕੋਈ ਉਹਨਾਂ ਧਰਮ ਗ੍ਰੰਥਾਂ ਨੂੰ ਪੜ੍ਹਦਾ ਹੈ, ਵਿਚਾਰਦਾ ਹੈ। ਪਰ ਕਬੀਰ ਸਾਹਿਬ ਕਹਿੰਦੇ ਕਿ ਇਸ ਮਨ ਨੂੰ ਸਮਝਾਉਣ ਦੇ ਲਈ, ਸਮਝਾਉਣ ਦਾ ਭਾਵ ਹੈ ਕਿ ਇਹਨੂੰ ਸਿੱਧੇ ਪਾਸੇ ਪਾਉਣ ਦੇ ਲਈ ਗਿਆਨ ਦੀ ਜ਼ਰੂਰਤ ਹੈ। ਤੇ ਉਹ ਗਿਆਨ ਜਿਹੜਾ ਨਾ, ਉਹ ਵੀ ਅੱਖਰਾਂ ਦੇ ਰਾਹੀਂ ਹੀ ਤੇਰੇ ਕੋਲ ਆਉਣਾ ਹੈ। ਤੇ ਜੇਕਰ ਤੂੰ ਉਸ ਮਾਲਕ ਦੀ ਯਾਦ ਵਿੱਚ ਜੁੜ ਜਾਏ, ਉਹਦੀ ਸਿਫਤ ਸਲਾਹ ਦੇ ਵਿੱਚ ਜੁੜ ਜਾਏ, ਤੇ ਫਿਰ ਤੂੰ ਬਿਲਕੁਲ ਅਰੋਗ ਹੋ ਜਾਏਗਾ। ਤੇ ਜਿਹੜਾ ਅਰੋਗ ਹੋ ਗਿਆ, ਉਹੀ ਪ੍ਰਮਾਤਮਾ ਦੇ ਨਾਲ ਮਿਲੇਗਾ। ਤਿਸ ਸਿਰ ਲੇਖ ਨਾ ਹੋਈ, ਉਹਦਾ ਹੀ ਜੰਮਣਾ ਮਰਨਾ ਕੱਟਿਆ ਜਾਏਗਾ। ਉਹ ਫਿਰ ਵਾਰ-ਵਾਰ ਜੰਮੇਗਾ, ਮਰੇਗਾ ਨਹੀਂ। ਤੇ ਸਾਧ ਸੰਗਤ, ਮੈਂ ਇੱਥੇ ਇੱਕ ਛੋਟੀ ਜਿਹੀ ਬੇਨਤੀ ਕਰਨੀ ਹੈ। ਜਿਹੜੀਆਂ ਸਾਨੂੰ ਮਾਲਕ ਨੇ ਦਾਤਾਂ ਦਿੱਤੀਆਂ ਨੇ ਨਾ, ਉਹਨਾਂ ਦਾ ਅਸੀਂ ਕਦੇ ਕਦੇ ਸ਼ੁਕਰਾਨਾ ਕਰਦੇ ਵੀ। ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਸ਼ੁਕਰਾਨਾ ਨਹੀਂ ਕਰਦੇ, ਕਰਦੇ ਹਾਂ, ਕਰਨਾ ਵੀ ਬਣਦਾ ਹੈ। ਗੁਰੂ ਸਾਹਿਬਾਨਾਂ ਦੇ ਸਮੇਂ ਜਿਹੜੀਆਂ ਵਸਤੂਆਂ ਗੁਰੂ ਸਾਹਿਬਾਨ ਨੇ ਯੂਜ਼ ਕੀਤੀਆਂ, ਇੰਡੀਆ ਦੇ ਵਿੱਚ ਜਾਓ, ਕਈ ਐਸੇ ਇਤਿਹਾਸਕ ਗੁਰਦੁਆਰੇ ਨੇ, ਇਤਿਹਾਸਕ ਸਥਾਨ ਨੇ, ਜਿੱਥੇ ਗੁਰੂ ਸਾਹਿਬਾਨ ਦੇ ਜਿਹੜੇ ਯੂਜ਼ ਕੀਤੀਆਂ ਹੋਈਆਂ ਵਸਤੂਆਂ ਨੇ, ਉਹ ਸੰਭਾਲ ਕੇ ਰੱਖੀਆਂ ਹੋਈਆਂ ਨੇ। ਸੁਲਤਾਨਪੁਰ ਲੋਧੀ ਚਲੇ ਜਾਓ, ਉੱਥੇ ਵੱਟੇ ਪਏ ਹੋਏ ਨੇ। ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨੇ ਦੇ ਵਿੱਚ ਜਿਹੜੀ ਨੌਕਰੀ ਕੀਤੀ, ਉਹ ਵੇਟ ਜਿਹੜਾ ਯੂਜ਼ ਕਰਦੇ ਰਹੇ ਸਮਾਨ ਤੋਲਣ ਦੇ ਲਈ, ਉਹ ਅਜੇ ਵੀ ਉੱਥੇ ਪਏ ਹੋਏ ਨੇ। ਡੇਰਾ ਬਾਬਾ ਨਾਨਕ ਚਲੇ ਜਾਓ, ਉੱਥੇ ਗੁਰੂ ਨਾਨਕ ਸਾਹਿਬ ਦਾ ਇੱਕ ਚੋਲਾ ਪਿਆ ਹੋਇਆ ਹੈ। ਸਾਬੋ ਕੀ ਤਲਵੰਡੀ ਚਲੇ ਜਾਓ, ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਸਤਰ ਵੀ ਪਏ ਹੋਏ ਨੇ ਤੇ ਬਸਤਰ ਵੀ ਪਏ ਹੋਏ ਨੇ। ਅਕਾਲ ਤਖਤ ਸਾਹਿਬ ਤੇ ਚਲੇ ਜਾਓ, ਉੱਥੇ ਵੀ ਸਤਿਗੁਰਾਂ ਦੇ ਸ਼ਸਤਰ ਪਏ ਹੋਏ ਨੇ, ਸੰਭਾਲ ਕੇ ਰੱਖੇ ਹੋਏ ਨੇ। ਤੇ ਸੰਭਾਲਣਾ ਸਾਡਾ ਫਰਜ਼ ਵੀ ਬਣਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸੰਭਾਲਣੇ ਨਹੀਂ ਚਾਹੀਦੇ, ਸਾਡਾ ਫਰਜ਼ ਬਣਦਾ ਹੈ ਸੰਭਾਲਣਾ। ਤੇ ਸਾਧ ਸੰਗਤ, ਇਹ ਗੁਰਮੁਖੀ ਵੀ ਸਤਿਗੁਰਾਂ ਦੀ ਹੀ ਦਾਤ ਉਹਨਾਂ ਨੇ ਸਾਨੂੰ ਦਿੱਤੀ ਹੋਈ ਹੈ। ਤੇ ਕੀ ਇਹਦੀ ਸੰਭਾਲ ਕਰਨੀ ਨਹੀਂ ਬਣਦੀ? ਇਹਨੂੰ ਕੌਣ ਸੰਭਾਲੇਗਾ? ਜੇਕਰ ਅਸੀਂ ਅੰਗਰੇਜ਼ੀ ਨੂੰ ਹੀ ਅਪਣਾ ਲਿਆ, ਅੰਗਰੇਜ਼ੀ ਮਾੜੀ ਨਹੀਂ, ਮਤ ਸੋਚਿਓ ਕਿ ਮੈਂ ਕਹਿ ਰਿਹਾ ਅੰਗਰੇਜ਼ੀ ਪੜ੍ਹਨੀ ਜਾਂ ਬੋਲਣੀ ਨਹੀਂ ਚਾਹੀਦੀ। ਚਾਹੀਦੀ ਹੈ, ਹਰ ਇੱਕ ਭਾਸ਼ਾ ਸਿੱਖਣੀ ਚਾਹੀਦੀ ਹੈ, ਹਰ ਇੱਕ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪਰ ਜਿਹੜਾ ਗਿਫਟ ਸਤਿਗੁਰਾਂ ਨੇ ਸਾਡੀ ਝੋਲੀ 'ਚ ਪਾਇਆ, ਉਹਨੂੰ ਕੌਣ ਸੰਭਾਲੇਗਾ? ਕੀ ਅੰਗਰੇਜ਼ ਲੋਕ ਸੰਭਾਲਣਗੇ ਗੁਰਮੁਖੀ ਨੂੰ? ਕਿ ਜਾਂ ਕੋਈ ਹੋਰ ਲੈਂਗੁਏਜ ਜਿਹੜਾ ਬੋਲਣ ਵਾਲਾ ਹੈ, ਅਰੇਬਿਕ ਲੋਕ ਨੇ, ਉਹ ਗੁਰਮੁਖੀ ਨੂੰ ਸੰਭਾਲਣਗੇ? ਜੇ ਅਸੀਂ ਹੀ ਗੁਰਮੁਖੀ ਬੋਲਣੀ ਛੱਡ ਦਿੱਤੀ, ਪੜ੍ਹਨੀ ਛੱਡ ਦਿੱਤੀ, ਜਾਂ ਬੱਚਿਆਂ ਨੂੰ ਸਿਖਾਉਣੀ ਛੱਡ ਦਿੱਤੀ, ਬੱਚਿਆਂ ਦੇ ਨਾਲ ਬੋਲਣੀ ਛੱਡ ਦਿੱਤੀ, ਕੌਣ ਸੰਭਾਲੇਗਾ ਆਉਣ ਵਾਲੇ ਸਮੇਂ 'ਚ? ਕੌਣ ਕਰੇਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਗੁਰਮੁਖੀ ਦੇ ਵਿੱਚ? ਜਿੱਥੇ ਇੰਨੀਆਂ ਦਾਤਾਂ ਅਸੀਂ ਗੁਰੂ ਸਾਹਿਬ ਦੀਆਂ, ਇੰਨੇ ਬਸਤਰ ਜਾਂ ਸ਼ਸਤਰ ਸੰਭਾਲ ਕੇ ਰੱਖੇ ਹੋਏ ਨੇ, ਸਤਿਕਾਰ ਕਰਦੇ ਹਾਂ। ਇਸ ਗੁਰਮੁਖੀ ਦਾ ਵੀ ਸਤਿਕਾਰ ਕਰੀਏ, ਇਹਨੂੰ ਵੀ ਸੰਭਾਲੀਏ। ਸਾਧ ਸੰਗਤ, ਪੰਜਾਬੀ ਐਸੇ ਵਰਡ ਨੇ ਪੰਜਾਬੀ ਦੇ, ਗੁਰਮੁਖੀ ਦੇ, ਜਿਹੜੇ ਅੱਜ ਖਤਮ ਹੋ ਗਏ ਨੇ। ਘਰਾਂ ਦੇ ਵਿੱਚ ਕੌਣ ਹੈ ਜਿਹੜਾ ਗੰਢਾ ਲਫ਼ਜ਼ ਯੂਜ਼ ਕਰਦਾ ਹੈ? ਕੌਣ ਬੋਲਦਾ ਹੈ ਗੰਢਾ? ਸਾਰੇ ਕਹਿਣਗੇ ਜੀ ਪਿਆਜ਼। ਪਿਆਜ਼ ਹਿੰਦੀ ਦਾ ਵਰਡ ਹੈ, ਪੰਜਾਬੀ ਦਾ ਹੈ ਹੀ ਨਹੀਂ। ਸੋ ਕੌਣ ਇਹਨਾਂ ਨੂੰ ਸੰਭਾਲੇਗਾ? ਸਾਡਾ ਫਰਜ਼ ਹੈ ਇਸ ਗੁਰਮੁਖੀ ਨੂੰ ਸੰਭਾਲਣਾ, ਇਹ ਦਾਤ ਨੂੰ ਸੰਭਾਲਣਾ। ਤੇ ਕਿਉਂਕਿ ਜਿਹੜਾ ਸਤਿਗੁਰਾਂ ਨੇ ਗਿਆਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਰੀ ਗੁਰਮੁਖੀ 'ਚ ਹੈ। ਤੇ ਜੇਕਰ ਇਹਨਾਂ ਅੱਖਰਾਂ ਮੈਂ ਜੋ ਗੁਰਮੁਖ ਬੂਝੈ, ਇਹਨਾਂ ਅੱਖਰਾਂ ਨੂੰ ਜੇਕਰ ਮੈਨੂੰ ਪੜ੍ਹਨਾ ਆਉਂਦਾ ਹੋਏਗਾ, ਤਾਂ ਹੀ ਮੈਂ ਸਮਝ ਪਾਵਾਂਗਾ ਨਾ। ਤੇ ਜੇ ਸਮਝ ਪਾਵਾਂਗਾ ਤਾਂ ਹੀ ਤੇ ਅਪਣਾ ਪਾਵਾਂਗਾ, ਜ਼ਿੰਦਗੀ ਦੇ ਵਿੱਚ ਫੋਲੋ ਕਰ ਪਾਵਾਂਗਾ। ਤੇ ਜੇ ਫੋਲੋ ਕਰ ਲਈ ਤੇ ਸਤਿਗੁਰੂ ਜੀ ਕਹਿੰਦੇ ਫਿਰ ਤਿਸ ਸਿਰ ਲੇਖ ਨਾ ਹੋਈ, ਉਹਦਾ ਲੇਖਾ ਜੋਖਾ ਖਤਮ। ਉਹ ਵਾਰ-ਵਾਰ ਜੰਮੇਗਾ, ਮਰੇਗਾ ਨਹੀਂ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕੀਤਾ ਹੋਇਆ ਪਾਵਨ ਬਚਨ ਕਿਤੇ ਸਾਡੇ ਹਿਰਦੇ 'ਚ ਵਸ ਜਾਏ, ਕਿਤੇ ਨਾਮ ਰੂਪੀ ਅੱਖਰ ਦੇ ਨਾਲ ਜੁੜ ਕੇ, ਬਾਣੀ ਰੂਪੀ ਅੱਖਰਾਂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ। ਗੁਰਬਾਣੀ ਦੀ ਸਮਝ ਆ ਸਕੇ ਜੀਵਨ ਦੇ ਵਿੱਚ, ਗੁਰਮੁਖੀ ਨੂੰ ਸੰਭਾਲ ਸਕੀਏ। ਇਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ਼ੋਈ ਕਰਿਆ ਕਰੀਏ। ਮਾਲਕ ਕਿਰਪਾ ਕਰੋ, ਸਮਰੱਥਾ ਬਖਸ਼ੋ, ਤਾਂ ਕਿ ਬਾਣੀ ਵੀ ਪੜ੍ਹ ਸਕੀਏ ਤੇ ਗੁਰਮੁਖੀ ਨੂੰ ਵੀ ਆਪਣੇ
ਆਪਣੀ ਵਿਰਾਸਤ ਦੇ ਤੌਰ ਤੇ ਸੰਭਾਲ ਕੇ ਆਪਣੇ ਬੱਚਿਆਂ ਨੂੰ ਵੀ ਉਹਦੇ ਨਾਲ ਜੋੜ ਸਕੀਏ। ਗੁਰੂ ਰਹਿਮਤ ਕਰੇ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।